सतनाम वाहिगुरु साहिब जियो। हों आया दूरों चल के मैं तकी तो शरणाई जियो। मैं आशा रखी चित में मेरा सब हो दुख गवाई जियो। सतनाम श्री वाहिगुरु साहिब जियो। श्लोक महला तीजा। हे मन हर जीत्याए तू एक मन एक चित पाई। हर कियां सदा सदा वड्याइयां दे ना पछोताई। ए मन हर जीत्याए तू एक मन एक चित पाई। हर कियां सदा सदा वड्याइयां दे ना पछोताई। हों हर कै सद बलहारण जित सेवै सुख पाई। नानक गुरमुख मिल रहे हूँ मैं शब्द जलाई। महला तीजा। आपे सेवा लाय आपे बख्श करे। सबना का माँ प्यो आपे है आपे सार करे। नानक नाम ध्यान तिन निज घर वास है। जुग जुग सुबा होए। पौड़ी। तू कारण कारण समर्थ है करते मैं तुझ बिन अवर न कोई। तुद आपे सृष्टि सिरजिया आपे फुन गोई। सब इको शब्द वरतदा जो करे सो होई। वड्याई गुरमुख दे प्रभ हर पावै सोई। गुरमुख नानक आराध्या सब आखो धन 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 गुर सोई। वड्याई गुरमुख दे प्रभ हर पावै सोई। गुरमुख नानक आराध्या सब आखो धन 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 गुर सोई। छुद। वाहिगुरु जी का खालसा वाहिगुरु जी की फतेह। श्लोक महला तीजा। ए मन हर जी ध्याए तू एक मन एक चित पाई। हर कियां सदा सदा वड्याइयां दे ना पछोताई। धन धन जुगो जुग अटल चवर छत्र के मालिक बाणी के बहुत गरीब नवाज श्री गुरु ग्रंथ साहिब जी साची नवाजी गुरु प्यारी साध संगत जीओ। वड भागे
ਅੰਮ੍ਰਿਤ ਵੇਲੇ ਤੋਂ ਬਾਣੀ ਨਾਲ ਸਿਮਰਨ ਨਾਲ ਜੁੜਨਾ ਕਰ ਰਹੇ ਹਾਂ ਜੀ। ਸੋ ਅੱਜ ਦੀ ਹੁਕਮਾਂ ਦੀ ਦਾਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪਾਵਨ ਅੰਗ 653 ਅਤੇ 54 ਤੇ ਸੁਭਾਈਮਾਨ ਹਨ ਜੀ। ਸ਼ਲੋਕ ਦੇ ਵਿੱਚ ਤੀਜੇ ਪਾਤਸ਼ਾਹ ਦੀ ਗੁਰਬਾਣੀ, ਏ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ। ਪਾਤਸ਼ਾਹ ਜੀ ਇੱਕ ਗੁਰਮੁਖ ਮਨ ਦੀ ਅਵਸਥਾ ਨੂੰ ਬਿਆਨ ਕਰਦੇ ਨੇ, ਇੱਕ ਉਹ ਜੁੜੀ ਹੋਈ ਰੂਹ ਦੀ ਗੱਲ ਕਰਦੇ ਨੇ ਕਿ ਉਹ ਆਪਣੇ ਮਨ ਨੂੰ ਕਿਸ ਤਰ੍ਹਾਂ ਠੇਸ ਦੇ ਕੇ ਪ੍ਰਮਾਤਮਾ ਦੇ ਰਾਹ ਤੇ ਪ੍ਰਮਾਤਮਾ ਦੇ ਰਸਤੇ ਦੇ ਉੱਤੇ ਪਿੰਡ ਦੇ ਉੱਤੇ ਪਾ ਲੈਂਦਾ ਹੈ। ਇਹ ਮਨ ਹਰਿ ਜੀ ਧਿਆਏ ਤੂੰ, ਆਪਣੇ ਮਨ ਨੂੰ ਸੱਟ ਮਾਰਦਾ, ਆਪਣੇ ਮਨ ਨੂੰ ਸਮਝਾਉਂਦਾ ਏ। ਪਾਤਸ਼ਾਹ ਜੀ ਇਹ ਵੀ ਉਦਾਹਰਨ ਦਿੰਦੇ ਨੇ ਦੂਸਰੀ ਕਿ ਮਨ ਨੂੰ ਭਾਈ ਸਮਝਾ। ਕਿਸ ਤਰ੍ਹਾਂ ਸਮਝਾ? ਇਹ ਮਨ ਹਰਿ ਜੀ ਧਿਆਏ ਤੂੰ, ਐ ਮੇਰੇ ਮਨਾ ਹਰੀ ਦਾ ਸਿਮਰਨ ਕਰ, ਪ੍ਰਮਾਤਮਾ ਦਾ ਸਿਮਰਨ ਕਰ, ਉਹ ਪ੍ਰਭੂ ਦਾ ਸਿਮਰਨ ਕਰ। ਉਹਦਾ ਸਿਮਰਨ ਕੀਤਿਆਂ ਹੀ ਸਾਰਾ ਕੁਝ ਪ੍ਰਾਪਤ ਹੋ ਸਕਦਾ ਹੈ। ਇਹ ਮਨ ਹਰਿ ਜੀ ਧਿਆਏ ਤੂੰ, ਹੁਣ ਧਿਆਉਣਾ ਕਿਸ ਤਰ੍ਹਾਂ ਹੈ? ਹੁਣ ਸਾਡਾ ਪ੍ਰਸ਼ਨ ਹੁੰਦਾ ਹੈ ਕਿ ਭਾਈ ਸਿਮਰਨ ਕਿਸ ਤਰ੍ਹਾਂ ਕਰੀਏ, ਉਹ ਪ੍ਰਭੂ ਦੀ ਪ੍ਰਮਾਤਮਾ ਦੀ ਬੰਦਗੀ ਕਿਸ ਤਰ੍ਹਾਂ ਕਰੀਏ। ਸਾਡਾ 10 ਸੈਕਿੰਡ ਦਾ ਪ੍ਰਸ਼ਨ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ 10 ਮਿੰਟਾਂ ਦੇ ਵਿੱਚ ਇਹਦਾ ਉੱਤਰ ਮਿਲ ਜਾਏ, ਪਰ ਨਹੀਂ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹਦਾ ਉੱਤਰ ਪਾਉਣ ਦੇ ਲਈ ਬਾਣੀ ਪੜ੍ਹਨੀ ਪੈਣੀ ਹੈ, ਬਾਣੀ ਵਿਚਾਰਨੀ ਪੈਣੀ ਹੈ, ਉਹਦੀ ਕਥਾ ਤੇ ਉਹਦੀ ਵਿਚਾਰ ਤੇ ਸੁਣਨਾ ਪੜ੍ਹਨਾ ਤੇ ਮੰਨਣਾ ਤੇ ਉਹਨੂੰ ਮੰਨਣਾ ਪੈਣਾ। ਫਿਰ ਜਾ ਕੇ ਆਪਣੇ ਆਪ ਕਿਸੇ ਤੋਂ ਇਹ ਚੀਜ਼ ਦਾ ਕਿ ਪ੍ਰਮਾਤਮਾ ਨੂੰ ਕਿਸ ਤਰ੍ਹਾਂ ਸਿਮਰਨਾ ਹੈ, ਕਿਸ ਤਰ੍ਹਾਂ ਉਹਦੀ ਬੰਦਗੀ ਕਰਨੀ ਹੈ, ਸ਼ਾਰਟਕਟ ਰਸਤਾ ਨਹੀਂ, ਲੰਮਾ ਪੈਂਦਾ ਹੈ। ਸਭ ਤੋਂ ਲੰਮਾ ਪੈਂਦਾ ਇਹੀ ਹੈ ਕਿ ਪ੍ਰਮਾਤਮਾ ਇੱਕ ਛਿਣ ਦੇ ਵਿੱਚ ਵੀ ਤਾਰ ਦਿੰਦਾ ਤੇ ਸਦੀਆਂ ਤੇ ਉਮਰਾਂ ਤੇ ਜਿਹੜੇ ਜਾਮੇ ਨੇ ਨਾ ਸੰਸਾਰ ਦੇ ਜੂਨਾਂ ਨੇ, ਉਹ ਵੀ ਕਈ ਵਾਰੀ ਬੜੀਆਂ ਲੰਮੀਆਂ ਘੱਟ ਪੈ ਜਾਂਦੀਆਂ ਨੇ ਪ੍ਰਮਾਤਮਾ ਨੂੰ ਪਾਉਣ ਦੇ ਲਈ। ਹੁਣ ਪਾਤਸ਼ਾਹ ਜੀ ਆਖਦੇ ਨੇ, ਇਹ ਮਨ ਹਰਿ ਜੀ ਧਿਆਏ ਤੂੰ, ਐ ਮਨਾ ਹਰੀ ਦਾ ਸਿਮਰਨ ਕਰਨਾ ਨਾ ਤਾਂ ਫਿਰ ਇੱਕ ਮਨ ਇੱਕ ਚਿੱਤ ਭਾਈ। ਇੱਕ ਮਨ ਦੇ ਨਾਲ ਮਨ ਨੂੰ ਟਿਕਾ ਲੈ। ਟਿਕਾਉਣਾ ਇਹ ਨਾ ਹੋਵੇ ਕਿ ਤੇਰਾ ਮਨ ਭਟਕਦਾ ਰਹੇ। ਹੁਣ ਨਾ ਭਟਕਣਾ ਕਈ ਪ੍ਰਕਾਰ ਦੀ ਇਹ ਹੋ ਜਾਂਦਾ ਕਿ ਕਈ ਵਾਰੀ ਪਹਿਲੀ ਗੱਲ ਗੁਰਬਾਣੀ ਦੀ ਲੈ ਲਈਏ, ਗੁਰਬਾਣੀ ਪੜ੍ਹਦੇ ਆ ਨਾ, ਗੁਟਕਾ ਸਾਹਿਬ ਪੋਥੀ ਸਾਹਿਬ ਹੱਥ 'ਚ ਫੜਿਆ ਏ, ਹੁਣ ਮਨ ਦੇ ਵਿੱਚ ਕਈ ਖਿਆਲ ਚੱਲਦੇ ਨੇ, ਨਾਲ ਨਾਲ ਚੱਲੀ ਜਾਂਦੇ ਨੇ ਕਿ ਅੱਜ ਮੇਰੇ ਆਪ ਕੰਮ ਕਰਨ ਵਾਲੇ ਨੇ, ਕੋਈ ਦਰਵਾਜ਼ੇ ਤੇ ਆ ਗਿਆ, ਦਰਵਾਜ਼ਾ ਖੜਕ ਗਿਆ ਤੇ ਉੱਧਰ ਵੀ ਧਿਆਨ ਚਲੇ ਜਾਣਾ। ਹੁਣ ਘਰ ਦੇ ਕੋਈ ਬੱਚਾ ਸ਼ਰਾਰਤ ਕਰਦਾ, ਉਹਦੇ ਵੱਲ ਧਿਆਨ ਚਲੇ ਜਾਣਾ। ਅਸੀਂ ਆਪਣਾ ਨੇਮ ਪੂਰਾ ਕਰਦੇ ਹਾਂ, ਨਿਤ ਨੇਮ ਗੁਰਬਾਣੀ ਨੂੰ ਆਖਦੇ ਨੇ, ਤੇ ਇਹ ਨੇਮ ਪੂਰਾ ਕਰੀ ਜਾਂਦੇ ਆ। ਤੇ ਕੀ ਗੱਲ, ਉਹ ਗੁਰਬਾਣੀ ਦੀ ਮੰਨਦੇ ਸੁਣਦੇ ਵੀ ਪਏ ਆ, ਚਿੱਤ ਦੇ ਨਾਲ ਕਰਦੇ ਪਏ ਆ। ਇੱਕ ਮਨ, ਪਾਤਸ਼ਾਹ ਜੀ ਕਹਿੰਦੇ ਨੇ, ਮਨ ਨੂੰ ਟਿਕਾ ਲਾ। ਮਨ ਨੂੰ ਇੱਕ ਥਾਂ ਤੇ ਚੰਗੀ ਤਰ੍ਹਾਂ ਸਮਝਾ ਕੇ ਮਨਾ ਕੇ ਫਿਰ ਗੁਰਬਾਣੀ ਦੇ ਨਾਲ ਜੁੜ, ਤੇ ਫਿਰ ਉਹ ਗੁਰਬਾਣੀ ਨੂੰ ਪੜ੍ਹੇਗਾ ਤੇ ਵਿਚਾਰੇਗਾ, ਫਿਰ ਤੇਰੇ ਚਿੱਤ ਨਾਲ ਵੀ ਲੱਗ ਜਾਏਗੀ, ਮਨ ਨਾਲ ਲੱਗ ਜਾਏਗੀ ਪਿਆ। ਗੁਰਬਾਣੀ ਦਾ ਸਵਾਦ ਆਨੰਦ ਵੀ ਆਉਣ ਲੱਗ ਪੈਂਦਾ। ਹੁਣ ਉਹਦਾ ਸਵਾਦ ਕਿਸ ਤਰ੍ਹਾਂ ਦਾ ਹੁੰਦਾ ਗੁਰਬਾਣੀ ਦਾ? ਗੁਰੂ ਪਿਆਰੀ ਸਾਧ ਸੰਗਤ ਜੀਓ, ਕਈ ਵਾਰੀ ਇੱਕ ਉਦਾਹਰਨ ਦੀ ਗੱਲ ਕਰ ਲਈਏ। ਹੁਣ ਨਾਰੀਅਲ ਹੈ, ਨਾਰੀਅਲ ਅਸੀਂ ਸਿਆਣੇ ਆ, ਜਿਹੜੇ ਸਿਆਣੀ ਉਮਰ 'ਚ ਨੇ, ਉਹਨਾਂ ਨੂੰ ਪਤਾ ਇਹਦੇ ਕੀ ਗੁਣ ਨੇ, ਉਹ ਪੀਂਦੇ ਨੇ, ਉਹਦਾ ਸਵਾਦ ਨਹੀਂ ਭਾਲਦੇ, ਉਹਦੇ ਗੁਣ ਵੇਖਦੇ ਨੇ। ਹੁਣ ਨੌਜਵਾਨ ਬੱਚੇ ਨੇ, ਉਹਨੇ ਕਹਿਣਾ ਨਹੀਂ ਮੈਨੂੰ ਠੰਡਾ ਲਿਆ ਦਿਓ, ਮੈਨੂੰ ਇਸ ਤਰ੍ਹਾਂ ਦੀ ਕੋਈ ਵਸਤੂ ਲਿਆ ਦਿਓ, ਕੋਈ ਨਾ ਕੋਈ ਉਹਨੇ ਸਵਾਦ ਵਾਲੀ ਵਸਤੂ ਭਾਲਣੀ ਹੈ। ਉਹ ਭਾਵੇਂ ਅਵਗੁਣੀ ਹੋਵੇ, ਦੂਸਰੇ ਦਿਨ ਜਾ ਕੇ ਦੁੱਖ ਹੀ ਦੇਵੇ, ਪਰ ਜਿਹੜਾ ਸਿਆਣਾ ਏ ਉਹ ਆਖਦਾ ਨਹੀਂ ਹੁਣ ਨਹੀਂ ਇਹਦਾ ਸਵਾਦ ਮੈਨੂੰ ਪਤਾ ਲੱਗਦਾ, ਪਰ ਇਹਦਾ ਗੁਣ ਜਿਹੜਾ ਮੈਨੂੰ ਕੱਲ ਸਵੇਰੇ ਉੱਠਾਂਗਾ ਨਾ ਤੇ ਅਸਰ ਕਰੇਗਾ, ਦਵਾਈ ਬਣ ਜਾਏਗਾ। ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਕ ਮਨ ਇੱਕ ਚਿੱਤ ਭਾਈ, ਇੱਕ ਚਿੱਤ ਇੱਕ ਮਨ ਦੇ ਨਾਲ ਅਕਾਲ ਪੁਰਖ ਦੀ ਬਾਣੀ ਨੂੰ ਮਨ ਦੇ ਨਾਲ ਵਿਚਾਰੀਏ, ਉਹ ਬੜਾ ਸੁਖ ਦੇਗੀ। ਚਿੱਤ ਭਾਈ
ਭਾਏ ਭਾਵ ਪਿਆਰ ਦੇ ਨਾਲ, ਟਿਕਾਊ ਦੇ ਨਾਲ, ਠਹਿਰਾਓ ਦੇ ਨਾਲ, ਅੰਤਰ ਮਨ ਦੇ ਨਾਲ ਹਰ ਕੀਆਂ ਸਦਾ ਸਦਾ ਵਡਿਆਈਆਂ। ਹਰੀ ਪ੍ਰਮਾਤਮਾ ਅਕਾਲ ਪੁਰਖ ਦੀਆਂ ਸਾਨੂੰ ਸਦਾ ਦੇ ਲਈ ਵਡਿਆਈਆਂ ਨੇ। ਇਹ ਨਹੀਂ ਕਿ ਇੱਕ ਦਿਨ ਲਈ ਧਿਆਨ ਦਿਓ। ਕਈ ਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਨੂੰ ਪ੍ਰਮਾਤਮਾ ਇੱਕ ਵਡਿਆਈ ਬਖਸ਼ ਦੇਵੇ ਨਾ, ਸਾਨੂੰ ਲੱਗਦਾ ਹੈ ਕਿ ਮੈਨੂੰ ਸਾਲ 2 ਸਾਲ 5 ਸਾਲ ਹੋ ਗਏ ਸੀ ਇਹ ਕਾਰਜ ਅਰਦਾਸ ਕਰਦੇ ਆ, ਪ੍ਰਮਾਤਮਾ ਨੇ ਵਡਿਆਈ ਇਹ ਦਾਤ ਖੁਸ਼ੀ ਬਖਸ਼ਿਸ਼ ਕਰ ਦਿੱਤੀ ਹੈ। ਮੈਂ ਸ਼ੁਕਰਾਨਾ ਕਰਨ ਲਈ ਜਾਵਾਂ, ਸ਼ੁਕਰਾਨਾ ਕਰਨ ਜਾਂਦੇ ਆ, ਦੇਖ ਕਰਾਉਂਦੇ ਆ, ਮਿੱਠਾ ਲੈ ਕੇ ਆਉਂਦੇ ਆ, ਕੋਈ ਨਾ ਕੋਈ ਵਸਤੂ ਲੈ ਕੇ ਆਉਂਦੇ ਆ, ਸ਼ੁਕਰਾਨਾ ਕਰਦੇ ਆ। ਕਿਉਂ? ਹਰ ਕੀਆਂ ਹਰੇ ਹਰੀ ਪ੍ਰਮਾਤਮਾ ਦੀ ਵਡਿਆਈ ਪ੍ਰਾਪਤ ਹੋਈ ਹੁੰਦੀ ਹੈ। ਪਰ ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਕ ਪਲ ਲਈ, ਇੱਕ ਘੜੀ ਲਈ, ਇੱਕ ਦਿਨ ਲਈ ਇੱਕ ਵਡਿਆਈ ਨਹੀਂ ਪ੍ਰਮਾਤਮਾ ਦੀ। ਹਰ ਕੀਆਂ ਸਦਾ ਸਦਾ ਵਡਿਆਈਆਂ, ਸਦਾ ਦੇ ਲਈ ਵਡਿਆਈਆਂ ਨੇ ਸਾਨੂੰ। ਇਹਦੀ ਵਡਿਆਈ ਹੈ ਜਿਹੜਾ ਗੁਰੂ ਪਿਆਰੀ ਸਾਧ ਸੰਗਤ ਨਿੱਤ ਸੋਨੇ ਆ, ਸਵੇਰੇ ਅੰਮ੍ਰਿਤ ਵੇਲੇ ਜਾਗਦੇ ਆ, ਸਵਾਸ ਲੈਂਦੇ ਆ, ਇਹਦੀ ਪ੍ਰਮਾਤਮਾ ਦੀ ਦਿੱਤੀ ਵਡਿਆਈ ਹੈ। ਕਾਰਜ ਕਰਦੇ ਆ, ਪਰਿਵਾਰ ਦਿੱਤਾ ਹੈ, ਸਾਰੇ ਸੁੱਖ ਦਿੱਤੇ ਨੇ, ਰੋਜ਼ ਰੋਜ਼ ਪ੍ਰਮਾਤਮਾ ਵਡਿਆਈ ਬਖਸ਼ਦਾ ਹੈ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੁਤਾਈ। ਹੁਣ ਗੁਰੂ ਪਿਆਰੀ ਸਾਹਿਬ ਸੰਸਾਰ ਦੇ ਲੋਕ ਹੈ ਨਾ, ਕਿ ਸੰਸਾਰ ਦੀ ਦੁਨਿਆਵੀ ਅਸੀਂ ਆ, ਅਸੀਂ ਕਿਸੇ ਨੂੰ ਚੀਜ਼ ਵਸਤੂ ਦੇ ਦਈਏ ਨਾ ਤਾਂ ਸਾਡੇ ਮਨ 'ਚ ਰਹਿੰਦਾ ਕੋਈ ਨਹੀਂ, ਚੰਗਾ ਭਲਾ ਮਨੁੱਖੇ, ਕੁਝ ਸਮਾਂ ਪੈ ਜਾਏ ਉਹ ਸਾਡੇ ਨਾਲ ਵਿਗੜ ਜਾਏ ਤੇ ਅਸੀਂ ਆਖਦੇ ਹਾਂ ਨਹੀਂ, ਆਪਣੇ ਕੀਤੇ ਤੇ ਪਛਤਾਵਾ ਕਰਦੇ ਹਾਂ, ਮੈਂ ਗਲਤ ਸੀਗਾ, ਇਹ ਤੇ ਬੰਦਾ ਹੀ ਗਲਤ ਨਿਕਲਿਆ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛਤਾਏ। ਉਹਨੂੰ ਪਤਾ ਚੰਗਾ ਏ ਉਹ ਮਨੁੱਖ ਮਾੜਾ ਏ, ਉਹਨੇ ਚੰਗੇ ਨੂੰ ਵੀ ਦੇਣਾ, ਉਹਨੂੰ ਵੀ ਵਡਿਆਈਆਂ ਦੇਣੀਆਂ, ਤੇ ਮਾੜੇ ਨੂੰ ਵੀ। ਜਿਹੜਾ ਸਾਡੀ ਨਿਗਾਹ ਦੇ ਵਿੱਚ, ਦੁਨੀਆ ਦੀ ਨਿਗਾਹ ਦੇ ਵਿੱਚ, ਸੰਸਾਰ ਦੀ ਨਿਗਾਹ ਦੇ ਵਿੱਚ ਮਾੜਾ ਹੈ, ਪਰਮਾਤਮਾ ਨੇ ਉਹਨੂੰ ਵੀ ਵਡਿਆਈਆਂ ਦੇਣੀਆਂ, ਭਾਵੇਂ ਕਿਸੇ ਰੂਪ 'ਚ ਹੀ ਦੇਣੀਆਂ। ਤੇ ਫਿਰ ਦੇ ਨਾ ਪਛਤਾਈ, ਪਛਤਾਵਾ ਨਹੀਂ ਕਰਦਾ ਕਿਸੇ ਪ੍ਰਕਾਰ ਦਾ। ਹਉ ਹਰ ਕੈ ਸਦ ਬਲਿਹਾਰਣੈ, ਜਿਤ ਸੇਵੈ ਸੁਖ ਪਾਈ। ਹਉ ਹਰ ਕੈ ਸਦ ਬਲਿਹਾਰਣੈ, ਬਲਿਹਾਰਣੈ ਬਲਿਹਾਰੇ ਜਾਈਏ। ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਕ ਦੁਨਿਆਵੀ ਰੀਤ ਹੈ ਨਾ ਅੱਜ ਦੀ ਦੁਨੀਆ ਦੀ ਚੱਲ ਕਿ ਹੁਣ ਜੋੜੀ ਹੈ, ਜੋੜੀ ਦੇ ਸਿਰ ਦੇ ਤੋਂ ਵਾਰ ਨਹੀਂ ਕਰਨੇ ਨੇ। ਕਿਉਂ ਕਰੀਦੇ ਨੇ? ਬਲਿਹਾਰੇ ਜਾਈਏ ਕਿ ਇਸ ਦਿਨ ਸੁਭਾਗਾ ਆਇਆ, ਬੱਚਿਆਂ ਦਾ ਸੰਜੋਗ ਹੋਇਆ, ਆਨੰਦ ਕਾਰਜ ਹੋਇਆ, ਫਿਰ ਅਸੀਂ ਉਹਨਾਂ ਦੇ ਉੱਤੋਂ ਦੀ ਪੈਸੇ ਵਾਰਦੇ ਹਾਂ। ਇਹ ਦੁਨਿਆਵੀ ਸੰਸਾਰੀ ਹੈ, ਪਰ ਇਹ ਗੁਰਮਤਿ ਦੇ ਉਲਟ ਹੈ। ਪਰ ਫਿਰ ਵੀ ਇੱਕ ਦੁਨੀਆਦਾਰੀ ਹੈ, ਇਹਦੇ ਵਿੱਚੋਂ ਵਿਚਰਨਾ ਪੈਂਦਾ। ਪਰ ਪਾਤਸ਼ਾਹ ਜੀ ਆਖਦੇ ਨੇ ਹਉ ਹਰ ਕੈ ਸਦ ਬਲਿਹਾਰਣੈ, ਬਲਿਹਾਰਣੈ ਜਾਣਾ ਨਾ ਤੇ ਆਪਣੇ ਗੁਰੂ ਤੋਂ ਜਾਈਏ, ਪ੍ਰਮਾਤਮਾ ਤੋਂ, ਅਕਾਲ ਪੁਰਖ ਤੋਂ ਬਲਿਹਾਰੇ ਜਾਈਏ। ਜਿਤ ਸੇਵਾ, ਜਿਹਦੀ ਸੇਵਾ ਕੀਤੀਆਂ, ਜਿਹਨੂੰ ਸੇਵਿਆ, ਸਿਮਰਨ ਕੀਤਾ। 2 ਉਦਾਹਰਨਾਂ ਆਉਂਦੀਆਂ ਇੱਥੇ, ਸੁਖ ਪਾਈ। ਸੇਵਾ ਸਿਮਰਨ ਕੀਤਿਆਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਸੁੱਖਾਂ ਦੀ ਉਪਜ ਹੁੰਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਕਿੱਕਰ ਦਾ ਬੂਟਾ ਲਾਈਏ ਨਾ ਤੇ ਵੱਡਾ ਹੋ ਕੇ ਉਹਦੇ ਪੱਤੇ ਨਿੱਕੇ ਨਿੱਕੇ ਹੁੰਦੇ ਨੇ, ਖਲਾਰਾ ਪਾਉਂਦੇ ਨੇ ਤੇ ਉਹਨੂੰ ਕੰਡੇ ਵੀ ਲੱਗਦੇ ਨੇ। ਕਿੱਕਰ ਦਾ ਗੁਣ 1-2 ਹੋਏਗਾ, ਪਰ ਬਾਕੀ ਉਹਦੇ ਅਵਗੁਣ ਹੀ ਨੇ। ਪਰ ਗੁਰੂ ਪਿਆਰੀ ਸਾਧ ਸੰਗਤ ਜੀਓ, ਜੇ ਬੂਟਾ ਚੰਗਾ ਲਾਈਏ, ਤੁਲਸੀ ਦਾ ਬੂਟਾ ਲਾਈਏ ਜਾਂ ਕੋਈ ਪਿੱਪਲ ਦਾ ਬੂਟਾ ਲਾਈਏ ਨਾ ਤੇ ਉਹਦੇ ਹਜ਼ਾਰਾਂ ਸੁੱਖ ਹੁੰਦੇ ਨੇ, ਦੁੱਖਾਂ ਨੂੰ ਦੂਰ ਕਰਦਾ, ਉਹ ਦਾਰੂ ਬਣਦਾ। 1-2 ਦਾ ਅਵਗੁਣ ਹੋਏਗਾ। ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ, ਹਉ ਹਰ ਕੈ ਸਦ ਬਲਿਹਾਰਣੈ, ਜਿਤ ਸੇਵੈ ਸੁਖ ਪਾਏ। ਨਾਨਕ ਗੁਰਮੁਖ ਮਿਲ ਰਿਹਾ ਹਉ ਮੈਂ ਸ਼ਬਦ ਜਲਾਈ। ਅਕਾਲ ਪੁਰਖ ਦਾ ਜਿਹੜਾ ਸਿਮਰਨ ਕਰਨ ਵਾਲੇ ਮਨੁੱਖ ਨੇ ਨਾ, ਉਹ ਸੁੱਖ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਉਹਨਾਂ ਦਾ ਮਨ ਜਿਹੜਾ ਚੰਗਿਆਈਆਂ ਦੇ ਵਿੱਚ ਤਬਦੀਲ ਹੋ ਜਾਂਦਾ ਹੈ, ਅਵਗੁਣਾਂ ਤੋਂ ਦੂਰ ਹੋ ਜਾਂਦਾ ਹੈ। ਕਿਉਂਕਿ ਪ੍ਰਮਾਤਮਾ ਦੀ ਛੋਹ, ਪ੍ਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਮਿਲ ਜਾਂਦਾ ਹੈ। ਨਾਨਕ ਗੁਰਮੁਖ ਮਿਲ ਰਿਹਾ ਹਉ ਮੈਂ ਸ਼ਬਦ ਜਲਾਈ। ਹੁਣ ਇੱਥੇ ਵੀ 2 ਉਦਾਹਰਨਾਂ ਆਉਂਦੀਆਂ। ਪਹਿਲੀ ਤੇ ਅਸੀਂ ਗੁਰਮੁਖਾਂ ਅਕਾਲ ਪੁਰਖ ਦੀ ਸੰਗਤ 'ਚ ਆ, ਅਸੀਂ ਮਿਲ ਰਹੇ ਹਾਂ। ਪਹਿਲੀ ਉਦਾਹਰਨ ਤੇ ਇਹ ਹੋ ਗਈ ਕਿ ਮਨ ਨੂੰ ਸ਼ਬਦ ਦੇ ਰਾਹੀਂ ਜਲਾ ਕੇ, ਸਾੜ ਕੇ, ਹਉਮੈ ਨੂੰ ਸਾੜ ਕੇ, ਜਲਾ ਕੇ, ਹੰਕਾਰ ਨੂੰ ਸਾੜ ਕੇ ਪ੍ਰਮਾਤਮਾ ਦੇ ਦਰ ਘਰ ਦਾ ਓਟ ਆਸਰਾ ਲੈ ਕੇ ਉਹਦੀ ਦਰਗਾਹ ਦੇ ਵਿੱਚ ਇੱਕ ਦੂਜੇ ਨੂੰ ਮਿਲ ਲੈਂਦੇ ਹਾਂ। ਹੁਣ ਦੂਸਰੀ ਉਦਾਹਰਨ ਆਉਂਦੀ ਹੈ, ਨਾਨਕ ਗੁਰਮੁਖ ਮਿਲ ਰਿਹਾ। ਹੁਣ ਗੁਰਮੁਖ ਬਣ ਜਾਂਦਾ ਹੈ,
ਇੰਨਾ ਕੁਝ ਜਿਹੜਾ ਪ੍ਰਾਪਤ ਕਰਦੇ, ਜਿਹੜਾ ਇੱਕ ਮਨ ਨਾਲ, ਇੱਕ ਚਿੱਤ ਨਾਲ, ਭਾਵ ਨਾਲ, ਪਿਆਰ ਨਾਲ ਪ੍ਰਮਾਤਮਾ ਨੂੰ ਸਿਮਰਨ ਕਰ ਲਵੇ, ਉਹ ਗੁਰਮੁਖ ਬਣ ਗਿਆ। ਹੁਣ ਨਾਨਕ ਗੁਰਮੁਖ ਮਿਲ ਰਿਹਾ ਹਉਮੈ ਸ਼ਬਦ ਜਲਾਈ। ਹੁਣ ਉਹ ਪ੍ਰਮਾਤਮਾ ਨੂੰ, ਅਕਾਲ ਪੁਰਖ ਨੂੰ ਪ੍ਰਮਾਤਮਾ ਪਾਤਸ਼ਾਹ ਜੀ ਆਪ ਆਖਦੇ ਹਨ, ਹਉਮੈ ਸ਼ਬਦ ਜਲਾਈ ਭਾਈ। ਆਪਣੇ ਮਨ ਦੇ ਵਿੱਚੋਂ ਸਾਰੇ ਪ੍ਰਕਾਰ ਦੀ ਹਉਮੈ ਨੂੰ ਸਾੜ ਕੇ ਉਹ ਅਕਾਲ ਪੁਰਖ ਨਾਲ ਇੱਕ ਮਿਕ ਹੋ ਜਾਂਦਾ ਹੈ। ਕਦੇ ਵੀ ਉਹਦੇ ਮਨ ਚ ਹਉਮੈ ਹੰਕਾਰ ਨਹੀਂ ਰਹਿੰਦੀ। ਮਹੱਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਨਾਨਕ। आपे सेवा लाइन आपे बख्श करे, सबना का मां प्यो आप है आपे सार करे। सेवा भी परमात्मा गुरु प्यारे साध संगत जी आप ला दिंदा है, बस थोड़ा उद्यम करन दी लोड़ पैंदी है। हुण कोई भी है मनुख दुनिया दे उत्ते ओनू एक वारी परमात्मा झटका प्यार दा दिंदा है, भाई इस पासे नूं हो, बुरे कामां तों बेईमानी तों परे हो के ईमानदारी नाल जोड़ कुछ कु अपने ਅੱਗੇ ਜਾਮੇ ਦੇ ਲਈ, ਆਪਣੇ ਅੱਗੇ ਦੇ ਲਈ, ਸਮੇਂ ਦੇ ਲਈ ਸਿਮਰਨ ਦਾ ਉਹ ਜਿਹੜਾ ਧਨ ਉਹ ਵੀ ਇਕੱਠਾ ਕਰ। ਫਿਰ ਆਪੇ ਸੇਵਾ ਲਾਇਨ ਆਪੇ ਬਖਸ਼ਿਸ਼ ਕਰੇ। ਆਪੇ ਬਖਸ਼ਾਂ ਵੀ ਬਖਸ਼ ਵੀ ਪ੍ਰਮਾਤਮਾ ਆਪ ਕਰਦਾ ਹੈ, ਦਇਆ ਕਰਕੇ ਆਪਣੇ ਗੁਰਮੁਖ ਨੂੰ ਇਹ ਰਾਹ ਦਿਖਾ ਦਿੰਦਾ ਹੈ। सबना का मां प्यो आप है पातशाह जी आखन, सारियां दा गुरु प्यारी साध संगत जी असली मां बाप है ਉਹ ਅਕਾਲ ਪੁਰਖ ਪ੍ਰਮਾਤਮਾ ਆਪ ਹੈ। ਇਸ ਸੰਸਾਰ ਦੇ ਉੱਤੇ ਸਾਡਾ ਦੁਨਿਆਵੀ ਮਾਂ ਬਾਪ ਸਾਡੀ ਰੱਖਿਆ ਕਰਦਾ ਹੈ, ਦੇਖਭਾਲ ਕਰਦਾ ਹੈ, ਸਾਰ ਕਰਦਾ ਹੈ, ਸਾਰੇ ਕਾਰਜ ਨਿਬੇੜਦਾ ਹੈ। ਜੇ ਉਹਨਾਂ ਨੂੰ ਚੁਣਿਆ ਹੀ ਪ੍ਰਮਾਤਮਾ ਨੇ ਸਾਡੇ ਲਈ ਮਾਂ ਬਾਪ ਦੇ ਰੂਪ 'ਚ, ਉਹ ਚੁਣਨ ਵਾਲਾ ਵੀ ਅਕਾਲ ਪੁਰਖ ਆਪ ਹੈ। ਪਰ ਅਸਲ ਸਾਰ ਕਰਨ ਵਾਲਾ ਕੌਣ ਹੈ? सबना का मां प्यो आप है आपे सार करे। आपे सार साडी देख रेख करने वाला मेन वो परमात्मा अकाल पुरख है। नानक नाम ध्यान निज घर वास है, उस घर दे विच सदा परमात्मा दा वास हो जाता है। जिहड़ा नाम नूं ध्याउंदा है, जिहड़ा अकाल पुरख नूं सिमरन करदा है, ਉਹਦੇ ਮਨ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ, ਰੱਬ ਰੂਪ ਬਣ ਜਾਂਦਾ ਹੈ। ਤੇ ਫਿਰ ਜੁਗ ਜੁਗ ਸੋਭਾ ਹੋਏ, ਜੁਗਾ ਜੁਗਾਂ ਤੱਕ ਉਹਦੀ ਸੋਭਾ ਹੁੰਦੀ ਹੈ। ਪੌੜੀ। ਤੂੰ ਕਰਨ ਕਾਰਨ ਸਮਰੱਥ ਹੈ, ਕਰਤੇ ਮੈਂ ਤੁਝ ਬਿਨ ਅਵਰ ਨ ਕੋਈ। ਅਕਾਲ ਪੁਰਖ ਕਰਤਾਰ ਜੀ, ਜੋ ਕੁਝ ਸੰਸਾਰ ਦੇ ਘਟਦਾ ਹੈ, ਜੋ ਕੁਝ ਹੁੰਦਾ ਹੈ, ਚੰਗਾ ਹੁੰਦਾ ਹੈ, ਬੁਰਾ ਹੁੰਦਾ ਹੈ, ਤੂੰ ਸਭ ਕੁਝ ਜਾਣਦਾ, ਤੈਨੂੰ ਸਾਰੀ ਸਾਰੇ ਤੇ ਉਹਦੇ ਸਮਰੱਥ ਵੀ ਤੂੰ ਹੀ। ਕਰਨਹਾਰ ਵੀ ਸਮਰੱਥ ਪਰਮਾਤਮਾ ਹੀ, ਕੋਈ ਮਨੁੱਖ ਨਹੀਂ ਕਰ ਸਕਦਾ। ਸਾਧ ਸੰਗਤ ਜੀ, ਕਈ ਵਾਰੀ ਅਸੀਂ ਕਹਿੰਦੇ ਆ ਨਾ ਕਿ ਕੋਈ ਸਾਨੂੰ ਆਖ ਦਿੰਦਾ ਕਿ ਭਾਈ ਉਹ ਜਿਹੜਾ ਇਹ ਕੀਤਾ ਕਰਾਇਆ ਤੋੜ ਦਿੰਦਾ, ਕਰ ਕਰਾ ਦਿੰਦਾ ਹੈ, ਬੜਾ ਕੁਝ ਕਰ ਦਿੰਦਾ ਹੈ। ਇਹ ਸਭ ਗੱਲਾਂ ਨੇ ਤੇ ਇਹ ਘਰ ਘਰ ਜਾਂਦੀਆਂ ਸਾਡੇ ਮਨ ਦੇ ਵਿੱਚ। ਇਹਨਾਂ ਦਾ ਅਸਰ ਕਦੋਂ ਹੁੰਦਾ ਪਤਾ ਨਾ, ਅਸੀਂ ਕਹਿੰਦੇ ਨਹੀਂ ਭਾਈ ਅਸਰ ਹੁੰਦਾ, ਇਹਨਾਂ ਦਾ ਅਸਰ ਨਹੀਂ ਹੁੰਦਾ। ਅਸਲ ਦੇ ਵਿੱਚ ਇਹਨਾਂ ਦਾ ਅਸਰ ਸਾਡੀ ਕਾਇਆ ਤੇ ਨਹੀਂ ਹੁੰਦਾ, ਸਾਡੇ ਸਰੀਰ ਤੇ ਨਹੀਂ ਹੁੰਦਾ, ਸਾਡੇ ਪਰਿਵਾਰ ਤੇ ਨਹੀਂ ਹੁੰਦਾ। ਜਿਹਦਾ ਅਸਰ ਹੁੰਦਾ ਸਾਡੇ ਮਨ ਤੇ ਹੁੰਦਾ। ਮਨ ਨੂੰ ਇਹ ਆਪਣੇ ਵਿੱਚ ਖਿੱਚ ਲੈਂਦਾ ਕਿ ਹਾਂ ਭਾਈ ਮੈਨੂੰ ਕੁਝ ਹੋ ਗਿਆ, ਤੇ ਉਹਦੇ ਵਿੱਚ ਹੀ ਪ੍ਰਮਾਤਮਾ, ਉਹਦੇ ਵਿੱਚ ਹੀ ਮਨੁੱਖ ਜਿਹੜਾ ਹੈ ਨਾ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਉਹ ਘਰ ਦੇ ਵਿੱਚ, ਹਿਰਦੇ ਦੇ ਵਿੱਚ ਪ੍ਰਮਾਤਮਾ ਮਨੁੱਖ ਦੇ ਵਸ ਜਾਏ ਨਾ, ਸਿਮਰਨ ਸਦਕਾ ਜੁਗ ਜੁਗ ਸੋਭਾ ਹੋਏ, ਫਿਰ ਜੁਗਾਂ ਤੱਕ ਉਹਦੀ ਸੋਭਾ ਹੁੰਦੀ ਹੈ। ਤੂੰ ਕਰਨ ਕਾਰਨ ਸਮਰੱਥ ਹੈ। ਅਸਲ ਦੇ ਵਿੱਚ ਸਮਰੱਥ ਅਕਾਲ ਪੁਰਖ ਕਰਤਾਰ ਹੈ, ਤੇ ਉਹਦੇ ਬਿਨਾਂ ਗੁਰੂ ਪਿਆਰੀ ਸਾਧ ਸੰਗਤ ਸਾਨੂੰ ਹੋਰ ਦੇ ਵੱਲ ਵੇਖਣਾ ਵੀ ਨਹੀਂ ਚਾਹੀਦਾ। ਹੋਰ ਆਸਰਾ ਤੇ ਪਰਮਾਤਮਾ ਦੇ ਲੈਣਾ ਚਾਹੀਦਾ, ਹੋਰ ਕਿਸੇ ਦਾ ਕੋਈ ਮਤਲਬ ਨਹੀਂ। ਮੈਂ ਤੁਧ ਬਿਨਾ ਅਵਰ ਨ ਕੋਈ। ਅਕਾਲ ਪੁਰਖ ਮੈਂ ਤੇਰੇ ਤੋਂ ਬਿਨਾ ਹੋਰ ਕਿਸੇ ਦੇ ਵੱਲ ਤੱਕਦਾ ਨਹੀਂ, ਹੋਰ ਕਿਸੇ ਤੋਂ ਮੈਨੂੰ ਆਸ ਨਹੀਂ, ਤੇ ਮੈਂ ਨਾ ਹੀ ਰੱਖਦਾ ਆ। ਤੁਧ ਆਪੇ ਸਿਸ਼ਟ ਸਿਰਜਿਆ ਮੈਂ ਜਾਣਦਾ। ਹੁਣ ਗੁਰਮੁਖ ਨੂੰ ਇਹ ਵੀ ਪਤਾ ਹੈ, ਤੂੰ ਆਪੇ, ਤੁਧ ਆਪੇ ਸਿਸ਼ਟ ਸਿਰਜਿਆ, ਤੂੰ ਆਪੇ ਜਿਹੜੀ ਸ੍ਰਿਸ਼ਟੀ ਹੈ, ਜਿਹੜੀ ਧਰਤੀ ਹੈ, ਆਪ ਹੀ ਸਾਜੀ ਹੈ। ਇੱਕ ਇੱਕ ਕਾਰਜ ਕਰਨ ਵਾਲਾ ਸ੍ਰਿਸ਼ਟੀ ਦੇ ਉੱਤੇ ਤੂੰ ਆਪ ਹੈ। ਆਪੇ ਫੁਨ ਗੋਈ। ਜੇ परमात्मा सृष्टि का समा आएगा खत्म होने का, तो खत्म भी तू ही कर सकदा है।
ਤੇ ਜਦ ਮਰਜ਼ੀ ਕਰ ਸਕਦਾ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਸਾਰੇ ਪਾਸੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਸ਼ਬਦ ਸਦਕਾ ਉਹ ਕਾਲ ਪੁਰਖ ਦੇ ਰਹਿਮਤ ਦਿਆ ਸਦਕਾ ਵਰਤਾਰਾ ਹੋ ਰਿਹਾ ਹੈ। ਜੋ ਕਰੇ ਸੋ ਹੋਈ, ਕੁਦਰਤ ਵਰਤਦੀ ਹੈ ਨਾ, ਕੁਦਰਤ ਦੇ ਰੂਪ ਚ ਪ੍ਰਮਾਤਮਾ ਵਰਤਦਾ ਪਿਆ। ਜੋ ਕਰੇ ਸੋ ਹੋਈ, ਜੋ ਕੁਝ ਕਰਦਾ ਪ੍ਰਮਾਤਮਾ ਕੁਦਰਤ ਦੇ ਰਾਹੀਂ ਕਰਦਾ ਹੈ। ਧਿਆਨ ਦਿਓ, ਕੋਈ ਕੌਤਕ ਪ੍ਰਮਾਤਮਾ ਰੱਬ ਕਦੇ ਵੀ ਕੌਤਕ ਨਹੀਂ ਕਰਦਾ, ਰੰਗ ਤਮਾਸ਼ੇ ਨਹੀਂ ਕਰਦਾ। ਰੰਗ ਤਮਾਸ਼ੇ ਕਰਨਾ ਮਨੁੱਖ ਦਾ ਕੰਮ ਹੈ। ਉਹ ਕੌਤਕ ਨਹੀਂ ਕਰਦਾ, ਉਹ ਪ੍ਰਮਾਤਮਾ ਜੋ ਕੁਝ ਕਰਦਾ ਕੁਦਰਤ ਦੇ ਰਾਹੀਂ ਕਰਦਾ, ਜਿਹਦਾ ਉੱਤਰ ਵੀ ਸਾਨੂੰ ਕੁਦਰਤ ਦੇ ਵਿੱਚੋਂ ਹੀ ਮਿਲ ਜਾਂਦਾ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ, ਤੇ ਜੋ ਕੁਝ ਕਰਦਾ ਏ ਉਹ ਚੰਗਾ ਹੁੰਦਾ ਏ। ਵਡਿਆਈ ਗੁਰਮੁਖ ਦੇ ਪ੍ਰਭ, ਗੁਰਮੁਖਾਂ ਨੂੰ ਵਡਿਆਈ ਮਿਲਦੀ ਹੈ ਪ੍ਰਮਾਤਮਾ ਨੇ। ਕਿਸ ਤਰ੍ਹਾਂ? ਵਡਿਆਈ ਗੁਰਮੁਖ ਦੇ ਪ੍ਰਭ ਹਰ ਭਾਵੈ ਸੋਈ। ਅਕਾਲ ਪੁਰਖ ਮਨ ਦੇ ਵਿੱਚ ਭਾਉਂਦਾ ਰਹੇ, ਮਨ ਦੇ ਨਾਲ ਤੇਰਾ ਸਿਮਰਨ ਤੇਰਾ ਸਵਾਸਾਂ ਦੇ ਨਾਲ ਲੱਗਾ ਰਹੇ। ਹਰ ਭਾਵੈ ਸੋਈ, ਹਰ ਦੀ ਪ੍ਰਾਪਤੀ ਗੁਰਮੁਖ ਨਾਨਕ ਅਰਾਧਿਆ। ਸਭ ਆਖੋ ਧੰਨ 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 ਗੁਰ ਸੋਈ। ਗੁਰਮੁਖ ਅਕਾਲ ਪੁਰਖ ਦਾ ਜਿਹੜਾ ਸਿਮਰਨ ਕਰਨ ਵਾਲਾ ਸਰੀਰ ਹੈ, ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੀਜੇ ਪਾਤਸ਼ਾਹ ਜੀ ਜਿਹਦੇ ਮੁਖਾਰ ਬਿੰਦਰੀ ਆਖਦੇ ਨਾਨਕ ਅਰਾਧਿਆ। ਸਭ ਆਖੋ ਧੰਨ ਧੰਨ ਸਭ ਗੁਰ ਸੋਈ। ਜਿਹਨੇ ਪ੍ਰਮਾਤਮਾ ਦੀ ਆਰਾਧਨਾ ਬੰਦਗੀ ਕੀਤੀ ਉਹ ਧੰਨ ਹੋ ਗਿਆ। ਤੇ ਸਾਰੇ ਭਾਈ ਉਹਦੀ ਵਡਿਆਈ ਦੇ ਵਿੱਚ ਆਖੋ ਧੰਨ ਧੰਨ ਗੁਰ ਸੋਈ। ਉਹ ਗੁਰੂ ਧੰਨ ਹੈ ਜਿਹਦਾ ਸੇਵਕ ਜਿਹੜਾ ਹੈ ਹਮੇਸ਼ਾ ਉਹਦੇ ਨਾਲ ਜੁੜਿਆ ਰਹਿੰਦਾ, ਸਿਮਰਨ ਕਰਦਾ ਏ। ਉਹ ਗੁਰੂ ਵੀ ਧੰਨ ਹੈ, ਉਹਦਾ ਸੇਵਕ ਵੀ ਗੁਰਮੁਖ ਵੀ ਧੰਨ ਹੈ ਜੀ। ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ